गाइस वेलकम टू आवर यूट्यूब चैनल स्टडी फॉर यू। ਅੱਜ ਦੇ ਇਸ ਵੀਡੀਓ ਲੈਕਚਰ ਵਿੱਚ ਅਸੀਂ ਡਿਸਕਸ ਕਰਾਂਗੇ ਜੀ ਪ੍ਰਾਚੀਨ ਪੰਜਾਬ ਦਾ ਇਤਿਹਾਸ, ਜਿਹੜਾ ਕਿ ਤੁਹਾਡੇ ਆਉਣ ਵਾਲੇ ਐਗਜ਼ਾਮਸ ਲਾਈਕ ਪਟਵਾਰੀ, ਨੈਬ ਤਹਿਸੀਲਦਾਰ ਅਤੇ ਵੱਖ-ਵੱਖ ਡਿਪਾਰਟਮੈਂਟ ਦੇ ਕਲਰਕ ਦੇ ਐਗਜ਼ਾਮ ਦੇ ਲਈ ਬਹੁਤ ਹੀ ਇੰਪੋਰਟੈਂਟ ਹੈ। ਸਾਡੀ ਇਸ ਪੰਜਾਬ ਜੀਕੇ ਦੀ ਸੀਰੀਜ਼ ਨੂੰ ਦੇਖਣ ਦੇ ਲਈ ਸਾਡਾ YouTube ਚੈਨਲ ਸਟਡੀ ਫॉर ਯੂ ਸਬਸਕ੍ਰਾਈਬ ਕਰ ਲਓ, ਜਿਸ ਉੱਪਰ ਅਸੀਂ ਵੱਖ-ਵੱਖ ਅਸਾਮੀਆਂ ਦੀ ਇਨਫੋਰਮੇਸ਼ਨ ਵੀ ਟਾਈਮ ਟੂ ਟਾਈਮ ਦਿੰਦੇ ਰਹਿਣੇ ਆ। ਸੋ ਬਿਨਾਂ ਟਾਈਮ ਵੇਸਟ ਕੀਤੇ ਅਸੀਂ ਸਟਾਰਟ ਕਰਨ ਜਾ ਰਹੇ ਹਾਂ ਜੀ ਪ੍ਰਾਚੀਨ ਪੰਜਾਬ ਦਾ ਇਤਿਹਾਸ। ਅੰਗਰੇਜ਼ਾਂ ਨੇ ਸਭ ਤੋਂ ਪਹਿਲਾਂ ਇਤਿਹਾਸ ਨੂੰ ਤਿੰਨ ਤਰ੍ਹਾਂ ਡਿਵਾਈਡ ਕੀਤਾ ਹੋਇਆ ਸੀ, ਮੀਨਸ ਹਿੰਦੂ ਕਾਲ, ਮੁਗਲ ਕਾਲ, ਕ੍ਰਿਸਚਨ ਕਾਲ। ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਜੋ ਭਾਰਤ ਦੇ ਉਸ ਟਾਈਮ ਦੇ ਰਾਜੇ ਸੀ, ਉਹਨਾਂ ਦੇ ਧਰਮ ਦੇ ਆਧਾਰ 'ਤੇ ਹੀ ਅੰਗਰੇਜ਼ਾਂ ਨੇ ਇੰਡੀਆ ਦੀ ਹਿਸਟਰੀ ਨੂੰ ਡਿਵਾਈਡ ਕੀਤਾ ਸੀ। ਮੀਨਸ ਜੋ ਸਭ ਤੋਂ ਪਹਿਲਾ ਕਾਲ ਸੀ ਜੀ ਹਿੰਦੂ ਕਾਲ, ਉਸ ਸਮੇਂ ਦੇ ਵਿੱਚ ਭਾਰਤ ਉੱਪਰ ਸਿਰਫ ਤੇ ਸਿਰਫ ਹਿੰਦੂ ਰਾਜਿਆਂ ਦਾ ਹੀ ਕਬਜ਼ਾ ਹੁੰਦਾ ਸੀ, ਲਾਈਕ ਗੁਪਤਾ, ਮੌਰੀਆ, ਨੰਦਵੰਸ਼, ਇਹ ਸਭ ਹਿੰਦੂ ਰਾਜੇ ਸੀ। ਉਸ ਤੋਂ ਬਾਅਦ ਜਦੋਂ ਭਾਰਤ ਉੱਪਰ ਮੁਗਲ ਰਾਜਿਆਂ ਨੇ ਅਧਿਕਾਰ ਕਰ ਲਿਆ, ਉਦਾਹਰਨ ਦੇ ਤੌਰ 'ਤੇ ਗਜ਼ਨਵੀ, ਗੌਰੀ, ਬਾਬਰ, ਖਲਜੀ, ਤੁਗਲਕ, ਤਾਂ ਉਸ ਸਮੇਂ ਨੂੰ ਇਤਿਹਾਸਕਾਰਾਂ ਨੇ ਮੁਗਲ ਕਾਲ ਦਾ ਨਾਂ ਦਿੱਤਾ ਸੀ। ਉਸ ਤੋਂ ਬਾਅਦ ਜਦੋਂ ਭਾਰਤ ਉੱਪਰ ਅੰਗਰੇਜ਼ਾਂ ਦੀ ਹਕੂਮਤ ਆ ਗਈ, ਤਾਂ ਇਸ ਸਮੇਂ ਨੂੰ ਅੰਗਰੇਜ਼ ਇਤਿਹਾਸਕਾਰਾਂ ਨੇ ਕ੍ਰਿਸਚਨ ਕਾਲ ਦਾ ਨਾਮ ਦਿੱਤਾ। ਬਟ ਇਤਿਹਾਸਕਾਰਾਂ ਨੂੰ ਜੋ ਇਹ ਵੰਡ ਸੀ ਸਹੀ ਨਾ ਜਾਪੀ, ਤਾਂ ਬਾਅਦ ਵਿੱਚੋਂ ਜੋ ਨਵੇਂ ਇਤਿਹਾਸਕਾਰ ਆਏ, ਉਹਨਾਂ ਨੇ ਭਾਰਤ ਦੇ ਇਤਿਹਾਸ ਨੂੰ ਪ੍ਰਾਚੀਨ ਭਾਰਤ ਦਾ ਇਤਿਹਾਸ, ਮੱਧਕਾਲੀਨ ਭਾਰਤ ਦਾ ਇਤਿਹਾਸ, ਆਧੁਨਿਕ ਭਾਰਤ ਦਾ ਇਤਿਹਾਸ, ਇਸ ਤਰ੍ਹਾਂ ਤਿੰਨ ਹਿੱਸਿਆਂ ਦੇ ਵਿੱਚ ਡਿਵਾਈਡ ਕਰ ਦਿੱਤਾ। ਜੋ ਪ੍ਰਾਚੀਨ ਭਾਰਤ ਦਾ ਇਤਿਹਾਸ ਹੈ ਉਹ ਆਰੰਭ ਤੋਂ 1000 ਈਸਵੀ ਤੱਕ ਮੰਨਿਆ ਜਾਂਦਾ ਹੈ, ਅਤੇ ਜੋ ਮੱਧਕਾਲੀਨ ਭਾਰਤ ਦਾ ਇਤਿਹਾਸ ਹੈ ਉਹ 1000 ਈਸਵੀ ਤੋਂ 1750 ਈਸਵੀ ਤੱਕ ਮੰਨਿਆ ਜਾਂਦਾ ਹੈ, ਅਤੇ ਜੋ ਆਧੁਨਿਕ ਭਾਰਤ ਦਾ ਇਤਿਹਾਸ ਹੈ ਉਹ 1750 ਈਸਵੀ ਤੋਂ 1964 ਈਸਵੀ ਤੱਕ ਦਾ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਹੀ ਅਸੀਂ ਪੰਜਾਬ ਦੇ ਇਤਿਹਾਸ ਨੂੰ ਤਿੰਨ ਹਿੱਸਿਆਂ ਵਿੱਚ ਵੰਡਦੇ ਹਾਂ: ਪ੍ਰਾਚੀਨ ਪੰਜਾਬ ਦਾ ਇਤਿਹਾਸ, ਮੱਧਕਾਲੀਨ ਪੰਜਾਬ ਦਾ ਇਤਿਹਾਸ ਅਤੇ ਆਧੁਨਿਕ ਭਾਰਤ ਪੰਜਾਬ ਦਾ ਇਤਿਹਾਸ। ਸੋ ਹੁਣ ਅਸੀਂ ਦੇਖਾਂਗੇ ਜੀ ਪ੍ਰਾਚੀਨ ਪੰਜਾਬ ਦਾ ਇਤਿਹਾਸ। ਇਤਿਹਾਸ ਨੂੰ ਪੜ੍ਹਨ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਤਿਹਾਸ ਬਣਦਾ ਕਿਵੇਂ ਹੈ, ਇਹ ਕੰਸਟਰਕਟ ਹੁੰਦਾ ਕਿਵੇਂ ਹੈ। ਜੋ ਸਾਡੇ ਕੋਲ ਇਤਿਹਾਸ ਦੀਆਂ ਬੁੱਕਸ ਨੇ, ਅਸੀਂ ਪੜ੍ਹਦੇ ਹਾਂ, ਇਹ ਕਿੱਥੋਂ ਆਈਆਂ, ਕਿਹਨਾਂ ਨੇ ਲਿਖੀਆਂ ਅਤੇ ਕਿਵੇਂ ਲਿਖੀਆਂ, ਉਹਨਾਂ ਨੂੰ ਪ੍ਰਾਚੀਨ ਜੋ ਇਤਿਹਾਸ ਸੀ ਉਸ ਦਾ ਗਿਆਨ ਕਿਵੇਂ ਪ੍ਰਾਪਤ ਹੋਇਆ। ਸਾਨੂੰ ਇਤਿਹਾਸ ਬਾਰੇ ਵੱਖ-ਵੱਖ ਸੋਮਿਆਂ ਤੋਂ ਪਤਾ ਚੱਲਦਾ ਹੈ। ਜੋ ਇਤਿਹਾਸਕਾਰ ਨੇ ਉਹ ਵੱਖ-ਵੱਖ ਸੋਮਿਆਂ ਤੋਂ ਇਤਿਹਾਸ ਇਕੱਠਾ ਕਰਦੇ ਨੇ। ਜਿਵੇਂ ਕਿ ਜਿਹੜੇ ਇਤਿਹਾਸਕਾਰ ਹੁੰਦੇ ਨੇ ਉਹਨਾਂ ਨੂੰ ਕੁਝ ਤਾਂ ਹੱਥ ਲਿਖਤਾਂ ਮਿਲ ਜਾਂਦੀਆਂ ਪੁਰਾਣੀਆਂ, ਜਿਵੇਂ ਵੈਦਿਕ ਲਿਟਰੇਚਰ ਮਿਲਦਾ ਸਾਨੂੰ ਐਂਸ਼ੀਐਂਟ ਹਿਸਟਰੀ ਦਾ, ਐਂਡ ਇਤਿਹਾਸਕਾਰਾਂ ਨੂੰ ਕੁਝ ਸੁਰਾਖ ਵੀ ਮਿਲਦੇ ਨੇ, ਸਬੂਤ ਮਿਲਦੇ ਨੇ, ਜਿਵੇਂ ਮੂਰਤੀਆਂ, ਗਹਿਣੇ, ਸਿੱਕੇ, ਪੁਰਾਤਨ ਹਥਿਆਰ, ਉਹਨਾਂ ਤੋਂ ਵੀ ਉਹ ਇਤਿਹਾਸ ਨੂੰ ਜਾਣ ਲੈਂਦੇ ਨੇ। ਸੋ ਇਸ ਤਰ੍ਹਾਂ ਇਤਿਹਾਸ ਨੂੰ ਅਸੀਂ ਤਿੰਨ ਹਿੱਸਿਆਂ ਵਿੱਚ ਵੰਡਦੇ ਹਾਂ। ਉਹ ਇਤਿਹਾਸ ਜਿਸ ਦੇ ਸਾਡੇ ਕੋਲ ਸਬੂਤ ਵੀ ਹੁੰਦੇ ਨੇ, ਮੀਨਸ ਗਹਿਣੇ, ਮੂਰਤੀਆਂ, ਸਿੱਕੇ, ਪੁਰਾਤਨ ਹਥਿਆਰ, ਉਸ ਸਮੇਂ ਦੇ ਬੀਜ ਆਦਿ ਹੁੰਦੇ ਨੇ, ਅਤੇ ਨਾਲ ਹੀ ਉਸ ਸਮੇਂ ਦੀਆਂ ਲਿਖਤਾਂ ਵੀ ਹੁੰਦੀਆਂ ਨੇ, ਉਸ ਨੂੰ ਅਸੀਂ ਕਹਿੰਦੇ ਹਾਂ ਜੀ ਇਤਿਹਾਸ। ਉਦਾਹਰਨ ਦੇ ਤੌਰ 'ਤੇ ਗੁਰੂ ਨਾਨਕ ਦੇਵ ਜੀ ਦਾ ਸਮਾਂ, ਜਿਸ ਨੂੰ ਅਸੀਂ ਪੰਜਾਬ ਦੇ ਮੱਧਕਾਲੀਨ ਇਤਿਹਾਸ ਦਾ ਹਿੱਸਾ ਮੰਨਦੇ ਹਾਂ, ਸਾਡੇ ਕੋਲ ਉਸ ਸਮੇਂ ਦੀਆਂ ਹੱਥ ਲਿਖਤਾਂ ਵੀ ਹਨ, ਜਿਵੇਂ ਕਿ ਭਾਈ ਬਾਲੇ ਵਾਲੀ ਸਾਖੀ, ਅਤੇ ਉਸ ਸਮੇਂ ਦੇ ਸੁਰਾਖ ਵੀ ਹਨ, ਜਿਵੇਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੋਦੀਖਾਨੇ ਵਾਲੇ ਬੱਟੇ। ਤਾਂ ਇਸ ਨੂੰ ਅਸੀਂ ਇਤਿਹਾਸ ਮੰਨਦੇ ਹਾਂ। ਦੂਸਰਾ ਹੈ ਜੀ ਪੂਰਵ ਇਤਿਹਾਸ। ਇਹ ਇਤਿਹਾਸ ਦਾ ਉਹ ਸਮਾਂ ਜਿਸ ਦੀ ਸਾਡੇ ਕੋਲ ਕੋਈ ਹੱਥ ਲਿਖਤ ਨਹੀਂ ਹੁੰਦੀ, ਸਾਡੇ ਕੋਲ ਸਿਰਫ ਉਸ ਸਮੇਂ ਦੀਆਂ ਮੂਰਤੀਆਂ, ਸਿੱਕੇ, ਗਹਿਣੇ, ਇਸ ਤਰ੍ਹਾਂ ਦੇ ਸਿਰਫ ਸੁਰਾਖ ਹੁੰਦੇ ਨੇ, ਜਿਸ ਤੋਂ ਅਸੀਂ ਉਸ ਸਮੇਂ ਦੇ ਇਤਿਹਾਸ ਦਾ ਪਤਾ ਲਗਾਉਂਦੇ ਹਾਂ। ਇਸ ਨੂੰ ਅਸੀਂ ਕਹਿੰਦੇ ਹਾਂ ਜੀ ਪੂਰਵ ਇਤਿਹਾਸ ਜਾਂ ਫਿਰ ਪ੍ਰੋ ਹਿਸਟਰੀ। ਪੰਜਾਬ ਦੇ ਪ੍ਰਾਚੀਨ ਇਤਿਹਾਸ ਵਿੱਚ
ਇਹ ਉਹ ਸਮਾਂ ਹੈ ਜਦੋਂ ਧਾਤਾਂ ਦੀ ਖੋਜ ਨਹੀਂ ਹੋਈ ਸੀ। ਇਸ ਸਮੇਂ ਨੂੰ ਅਸੀਂ 3 ਹਿੱਸਿਆਂ ਦੇ ਵਿੱਚ ਵੰਡਦੇ ਹਾਂ: ਪੁਰਾਤਨ ਪੱਥਰ ਯੁੱਗ, ਮੱਧਕਾਲੀਨ ਪੱਥਰ ਯੁੱਗ ਅਤੇ ਆਧੁਨਿਕ ਪੱਥਰ ਯੁੱਗ। ਜੋ ਪੁਰਾਤਨ ਪੱਥਰ ਯੁੱਗ ਹੈ ਉਹ ਹੈ ਜੀ ਆਰੰਭ ਤੋਂ 10,000 BC ਤੱਕ ਦਾ ਸਮਾਂ, ਅਤੇ ਜੋ ਮੱਧਕਾਲੀਨ ਪੱਥਰ ਯੁੱਗ ਹੈ ਉਹ ਹੈ ਜੀ 10,000 BC ਤੋਂ 6,000 BC ਤੱਕ ਦਾ ਸਮਾਂ। ਤੀਸਰਾ ਹੈ ਜੀ ਆਧੁਨਿਕ ਪੱਥਰ ਯੁੱਗ, ਜਿਹੜਾ ਕਿ 6,000 BC ਤੋਂ 1,000 BC ਤੱਕ ਦਾ ਸਮਾਂ ਹੈ। ਸੋ ਇਹ ਸੀਗਾ ਜੀ ਪੂਰਵ ਇਤਿਹਾਸ। ਹੁਣ ਤੀਸਰੀ ਚੀਜ਼ ਹੈ ਜੀ ਆਦਿ ਇਤਿਹਾਸ, ਜਿਸ ਨੂੰ ਅਸੀਂ ਪ੍ਰੋਟੋ ਹਿਸਟਰੀ ਵੀ ਕਹਿੰਦੇ ਹਾਂ। ਤਾਂ ਇਹ ਕਿਹੜਾ ਸਮਾਂ ਹੋਇਆ ਜੀ? ਇੱਕ ਸਮਾਂ ਅਸੀਂ ਦੇਖਿਆ ਜਿਸ ਵਿੱਚ ਸਾਡੇ ਕੋਲੇ ਰਿਟਨ ਵੀ ਨੇ, ਟੈਕਸਟ ਮੀਨਜ਼ ਹੱਥ ਲਿਖਤਾਂ ਵੀ ਨੇ, ਅਤੇ ਸਬੂਤ ਵੀ ਨੇ ਸਾਡੇ ਕੋਲ, ਸਿੱਕੇ, ਮੂਰਤੀਆਂ ਆਦਿ। ਉਸ ਨੂੰ ਅਸੀਂ ਕਹਤਾ ਇਤਿਹਾਸ। ਅਤੇ ਦੂਸਰਾ ਅਸੀਂ ਦੇਖਿਆ ਜਿਸ ਦੇ ਆਪਣੇ ਕੋਲ ਸਿਰਫ ਸਬੂਤ ਨੇ, ਮੂਰਤੀਆਂ, ਸਿੱਕੇ ਨੇ, ਉਸ ਨੂੰ ਕਹਤਾ ਅਸੀਂ ਪੂਰਵ ਇਤਿਹਾਸ। ਆਦਿ ਇਤਿਹਾਸ ਉਹ ਹੈ ਜੀ ਜਿਸ ਦੇ ਸਾਡੇ ਕੋਲੇ ਹੱਥ ਲਿਖਤਾਂ ਹੈ, ਸਾਡੇ ਕੋਲ ਹੈਗੀਆਂ ਹੱਥ ਲਿਖਤਾਂ, ਬਟ ਸਾਨੂੰ ਸਮਝ ਨਹੀਂ ਆਈਆਂ। ਅਸੀਂ ਉਸ ਸਮੇਂ ਦੀ ਲੈਂਗੁਏਜ ਨੂੰ ਡਿਸਾਈਫਰ ਨਹੀਂ ਕਰ ਸਕੇ। ਡਿਸਾਈਫਰ ਦਾ ਮਤਲਬ ਹੁੰਦਾ ਹੈ ਅਸੀਂ ਸਮਝ ਨਹੀਂ ਪਾ ਰਹੇ, ਸਮਝਣ ਯੋਗ ਨਹੀਂ ਬਣਾ ਸਕੇ। ਮਤਲਬ ਕੀ ਹੋਇਆ ਜੀ? ਆਦਿ ਇਤਿਹਾਸ ਉਹ ਸਮਾਂ ਜਿਸ ਦੀਆਂ ਸਾਡੇ ਕੋਲ ਹੱਥ ਲਿਖਤਾਂ ਹਨ ਪਰ ਅਸੀਂ ਸਮਝ ਨਹੀਂ ਸਕੇ, ਅਤੇ ਉਸ ਸਮੇਂ ਦੀਆਂ ਜੋ ਸਬੂਤ ਨੇ ਮੀਨਜ਼ ਮੂਰਤੀਆਂ, ਸਿੱਕੇ ਆਦਿ ਨੇ ਉਹ ਵੀ ਹਨ। ਤਾਂ ਉਸ ਸਮੇਂ ਨੂੰ ਕਿਹਾ ਜਾਂਦਾ ਜੀ ਆਦਿ ਇਤਿਹਾਸ। ਹੜੱਪਾ ਸਭਿਅਤਾ ਇਸੇ ਹੀ ਇਤਿਹਾਸ ਦਾ ਇੱਕ ਹਿੱਸਾ ਹੈ। ਸੋ ਹੁਣ ਅਸੀਂ ਦੇਖਾਂਗੇ ਡਿਟੇਲ ਦੇ ਵਿੱਚ ਪੂਰਵ ਇਤਿਹਾਸ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਸੀ ਜੀ ਪੁਰਾਤਨ ਪੱਥਰ ਯੁੱਗ। ਇਸ ਦੇ ਅਵਸ਼ੇਸ਼ ਸਾਨੂੰ ਗੰਗਾ ਅਤੇ ਸਿੰਧੂ ਦੇ ਉਪਜਾਊ ਮੈਦਾਨਾਂ ਤੋਂ ਬਿਨਾਂ ਪੂਰੇ ਭਾਰਤ ਵਿੱਚ ਮਿਲਦੇ ਹਨ। ਪਾਣੀ ਦੀ ਜ਼ਰੂਰਤ ਦੇ ਕਾਰਨ ਇਸ ਸਮੇਂ ਦਾ ਮਨੁੱਖ ਦਰਿਆਵਾਂ ਦੇ ਕਿਨਾਰੇ ਰਹਿੰਦਾ ਸੀ। ਜੋ ਪੁਰਾਤਨ ਪੱਥਰ ਯੁੱਗ ਹੈ ਜੀ, ਜੋ ਉਸ ਸਮੇਂ ਦਾ ਮਨੁੱਖ ਸੀਗਾ, ਉਸ ਨੂੰ ਖੇਤੀ ਤਾਂ ਕਰਨੀ ਨਹੀਂ ਆਉਂਦੀ ਸੀ, ਇਸ ਲਈ ਉਹ ਉਪਜਾਊ ਮੈਦਾਨਾਂ ਦੇ ਵਿੱਚ ਨਹੀਂ ਆਉਂਦਾ ਸੀ, ਤਾਂ ਉਹ ਸਿਰਫ ਦਰਿਆਵਾਂ ਦੇ ਕਿਨਾਰੇ ਰਹਿੰਦਾ ਸੀ ਅਤੇ ਪਥਰੀਲੇ ਮੈਦਾਨਾਂ ਦੇ ਵਿੱਚ ਰਹਿੰਦਾ ਸੀ ਜਿੱਥੇ ਉਸ ਨੂੰ ਪੱਥਰ ਮਿਲ ਜਾਂਦੇ ਸੀ। ਇੱਕ ਤਾਂ ਉਹ ਪੱਥਰ ਦੀਆਂ ਗੁਫਾਵਾਂ ਦੇ ਵਿੱਚ ਰਹਿੰਦਾ ਸੀ, ਦੂਸਰਾ ਪੱਥਰ ਦਾ ਉਪਯੋਗ ਉਹ ਸ਼ਿਕਾਰ ਕਰਨ ਦੇ ਲਈ ਕਰਦਾ ਸੀ, ਅਤੇ ਆਪਣੇ ਭੋਜਨ ਦੀ ਤਲਾਸ਼ ਦੇ ਵਿੱਚ ਉਹ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਘੁੰਮਦਾ ਫਿਰਦਾ ਰਹਿੰਦਾ ਸੀ। ਇਸੇ ਕਾਰਨ ਹੀ ਉਸ ਸਮੇਂ ਦੇ ਮਨੁੱਖ ਨੂੰ ਹੰਟਰ ਗੈਦਰਰ ਵੀ ਕਿਹਾ ਜਾਂਦਾ ਸੀ। ਐਂਡ ਉਸ ਸਮੇਂ ਦਾ ਮਨੁੱਖ ਜੋ ਪੱਥਰ ਯੂਜ਼ ਕਰਦਾ ਸੀਗਾ ਹਥਿਆਰ ਦੇ ਤੌਰ 'ਤੇ, ਉਹ ਪੱਥਰ ਸੀ ਜੀ ਕੁਆਰਜ਼ਾਈਟ ਕਿਸਮ ਦਾ। ਇਸ ਲਈ ਉਸ ਸਮੇਂ ਦੇ ਮਨੁੱਖ ਨੂੰ ਕੁਆਰਜ਼ਾਈਟ ਮੈਨ ਵੀ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਆਇਆ ਜੀ ਮੱਧਕਾਲੀਨ ਪੱਥਰ ਯੁੱਗ। ਇਸ ਸਮੇਂ ਵਿੱਚ ਮਨੁੱਖ ਨੇ ਪਸ਼ੂ ਪਾਲਣੇ ਸ਼ੁਰੂ ਕਰ ਦਿੱਤੇ ਸੀ ਜੀ। ਉਸ ਨੂੰ ਆਪਣੇ ਸ਼ਿਕਾਰ ਕਰਨ ਵਾਲੇ ਹਥਿਆਰ ਸੀ ਜੋ ਤਿੱਖੇ ਅਤੇ ਨੁਕੀਲੇ ਬਣਾ ਲਏ ਸੀ। ਇਸ ਸਮੇਂ ਦੇ ਵਿੱਚ ਥੋੜ੍ਹੀ ਜਿਹੀ ਮਨੁੱਖ ਵਿੱਚ ਮੋਡੀਫਿਕੇਸ਼ਨ ਆਈ, ਉਸਨੇ ਆਪਣੇ ਜੋ ਹਥਿਆਰ ਸੀ ਉਹ ਤਿੱਖੇ ਕਰ ਲਏ, ਉਹਨਾਂ ਦੀ ਇੱਕ ਸ਼ੇਪ ਬਣਾ ਲਈ। ਬਟ ਜੋ ਪਹਿਲਾਂ ਵਾਲਾ ਸਮਾਂ ਸੀਗਾ ਉਸ ਦੇ ਵਿੱਚ ਜੋ ਉਸਦੇ ਹਥਿਆਰ ਸੀ ਉਹਨਾਂ ਦੀ ਕੋਈ ਰਿਕੁਆਇਰਡ ਮੀਨਜ਼ ਇੱਕ ਫਿਕਸ ਸ਼ੇਪ ਨਹੀਂ ਸੀਗੀ। ਨੈਕਸਟ ਹੈ ਜੀ ਆਧੁਨਿਕ ਪੱਥਰ ਯੁੱਗ। ਇਸ ਯੁੱਗ ਵਿੱਚ ਮਨੁੱਖ ਨੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਜੀ। ਵਾਧੂ ਫਸਲ ਜਮ੍ਹਾਂ ਕਰਨ ਲਈ ਉਸਨੇ ਮਿੱਟੀ ਦੇ ਭਾਂਡੇ ਬਣਾਉਣੇ ਸਟਾਰਟ ਕਰ ਦਿੱਤੇ। ਉਸਨੂੰ ਇੱਕ ਜਗ੍ਹਾ ਰਹਿਣਾ ਸ਼ੁਰੂ ਕਰ ਦਿੱਤਾ, ਕਿਉਂਕਿ ਉਸਨੇ ਹੁਣ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਸੀ, ਤਾਂ ਉਸਨੂੰ ਭੋਜਨ ਦੀ ਤਲਾਸ਼ ਦੇ ਵਿੱਚ ਇੱਕ ਤੋਂ ਦੂਸਰੀ ਜਗ੍ਹਾ ਨਹੀਂ ਜਾਣਾ ਪੈਂਦਾ ਸੀ, ਤਾਂ ਉਸਨੇ ਇੱਕ ਜਗ੍ਹਾ ਕੀ ਸੀ ਜੀ ਰਹਿਣਾ ਸ਼ੁਰੂ ਕਰ ਦਿੱਤਾ। ਇਸ ਯੁੱਗ ਵਿੱਚ ਮਨੁੱਖ ਨੇ ਜੌਂ ਦੀ ਖੇਤੀ, ਜਿਸ ਨੂੰ ਅਸੀਂ ਇੰਗਲਿਸ਼ ਦੇ ਵਿੱਚ ਬਾਰਲੇ ਕਹਿੰਦੇ ਹਾਂ, ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੋਂ ਕਿ ਸ਼ਰਾਬ ਬਣਦੀ ਹੈ। ਇਸ ਸਮੇਂ ਤੋਂ ਹੀ ਕਹਿੰਦੇ ਨੇ ਕਿ ਮਨੁੱਖ ਆਲਸੀ ਹੋ ਗਿਆ ਸੀ, ਕਿਉਂਕਿ ਉਹ ਸ਼ਰਾਬ ਦਾ ਯੂਜ਼ ਕਰਨਾ ਉਸਨੇ ਸਟਾਰਟ ਕਰ ਦਿੱਤਾ ਸੀ। ਸੋ ਇਸ ਨਾਲ ਸਾਡੀ ਜੋ ਪੂਰਵ ਇਤਿਹਾਸ ਸੀ ਜੀ ਉਹ ਕੰਪਲੀਟ ਹੁੰਦਾ। ਹੁਣ ਅਸੀਂ ਦੇਖਾਂਗੇ ਜੀ ਆਦਿ ਇਤਿਹਾਸ। ਇਹ ਉਹ ਸਮਾਂ ਹੈ ਜਦੋਂ ਮਨੁੱਖ ਨੇ ਧਾਤਾਂ ਦੀ ਕਾਢ ਕੱਢ ਲਈ। ਇਸ ਸਮੇਂ ਵਿੱਚ ਮਨੁੱਖ ਨੇ ਕੀ ਸੀ ਜੀ ਮੈਟਲ ਡਿਸਕਵਰ ਕਰ ਲਿਆ ਸੀਗਾ। ਭਾਰਤ ਦੇ ਉੱਤਰੀ ਭਾਗ ਦੇ ਵਿੱਚ ਤਾਂਬੇ ਦੀ ਖੋਜ ਹੋ ਚੁੱਕੀ ਸੀ ਜੀ, ਅਤੇ ਦੱਖਣੀ ਭਾਗ ਦੇ ਵਿੱਚ ਲੋਹਾ ਖੋਜ ਲਿਆ ਗਿਆ ਸੀ, ਬਟ ਪੱਥਰ ਹਜੇ ਵੀ ਯੂਜ਼ ਕੀਤਾ ਜਾਂਦਾ ਸੀ। ਪੰਜਾਬ ਵਾਲੇ ਇਲਾਕੇ ਦੇ ਵਿੱਚ ਤਾਂਬਾ ਅਤੇ ਕਾਂਸਾ ਇਹ ਦੋਵੇਂ ਧਾਤਾਂ ਵਰਤੀਆਂ ਜਾਂਦੀਆਂ ਸੀ।
ਇਸ ਸਮੇਂ ਦੇ ਸਬੂਤ ਸਾਨੂੰ ਉਸ ਸਮੇਂ ਦੀ ਇੱਕ ਅਮੀਰ ਸੱਭਿਅਤਾ ਤੋਂ ਮਿਲਦੇ ਹਨ, ਜਿਸ ਦਾ ਨਾਮ ਹੈ ਜੀ ਹੜੱਪਾ ਸੱਭਿਅਤਾ। ਸੋ ਹੁਣ ਅਸੀਂ ਪੜ੍ਹਾਂਗੇ ਜੀ ਹੜੱਪਾ ਸੱਭਿਅਤਾ ਬਾਰੇ। ਇਹ ਇੱਕ ਮਹਾਨ ਸੱਭਿਅਤਾ ਹੈ ਜੀ, ਜਿਸ ਦੇ ਅਵਸ਼ੇਸ਼ ਸਾਨੂੰ ਅਜੋਕੇ ਪਾਕਿਸਤਾਨ ਅਤੇ ਉੱਤਰੀ ਪੱਛਮੀ ਭਾਰਤ ਵਿੱਚ ਮਿਲਦੇ ਹਨ। ਇਸ ਸੱਭਿਅਤਾ ਦਾ ਸਮਾਂ 2600 BC ਤੋਂ 1700 BC ਤੱਕ ਦਾ ਮੰਨਿਆ ਜਾਂਦਾ ਹੈ। ਪਾਕਿਸਤਾਨ ਦੇ ਮਿੰਟਗੋਮਰੀ ਜ਼ਿਲ੍ਹੇ ਦੇ ਵਿੱਚ ਜਦੋਂ ਇੱਕ ਰੇਲ ਪਟੜੀ ਵਿਛਾਈ ਜਾ ਰਹੀ ਸੀ, ਤਾਂ ਉੱਥੋਂ ਦੇ ਕੰਮ ਕਰਨ ਵਾਲਿਆਂ ਨੂੰ ਖੁਦਾਈ ਕਰਨ 'ਤੇ ਕੁਝ ਇੱਟਾਂ ਮਿਲੀਆਂ, ਜਿਨ੍ਹਾਂ ਨੂੰ ਉਹਨਾਂ ਨੇ ਰੇਲ ਪਟੜੀ ਵਿਛਾਉਣ ਦੇ ਕੰਮ ਦੇ ਵਿੱਚ ਲਗਾਉਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਕਿ ਉਸ ਸੱਭਿਅਤਾ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਪਰ ਬਾਅਦ ਵਿੱਚ ਜਦੋਂ 1921 ਦੇ ਵਿੱਚ ਦਇਆ ਰਾਮ ਸਾਹਨੀ ਦੁਆਰਾ ਖੁਦਾਈ ਕਰਵਾਈ ਗਈ, ਤਾਂ ਉਸ ਨੂੰ ਇੱਕ ਸੱਭਿਅਤਾ ਮਿਲੀ, ਜਿਸ ਨੂੰ ਨਾਮ ਦਿੱਤਾ ਗਿਆ ਹੜੱਪਾ ਸੱਭਿਅਤਾ, ਜੋ ਕਿ ਹੜੱਪਾ ਨਾਮੀ ਜਗ੍ਹਾ ਦੇ ਉੱਪਰ ਉਸ ਨੂੰ ਮਿਲੀ ਸੀ। ਉਸ ਤੋਂ ਬਾਅਦ 1922 ਦੇ ਵਿੱਚ ਪਾਕਿਸਤਾਨ ਦੇ ਲੜਕਾਣਾ ਜ਼ਿਲ੍ਹੇ ਦੇ ਵਿੱਚ ਡਾਕਟਰ RD ਬਨਰਜੀ ਦੇ ਦੁਆਰਾ ਜਦੋਂ ਦੁਬਾਰੇ ਖੁਦਾਈਆਂ ਕਰਵਾਈਆਂ ਗਈਆਂ, ਤਾਂ ਉਹਨਾਂ ਨੂੰ ਮੋਹਨਜੋਦੜੋ ਨਾਮੀ ਜਗ੍ਹਾ ਦੇ ਉੱਪਰ ਵੀ ਕਾਫੀ ਉਸ ਸੱਭਿਅਤਾ ਦੇ ਅਵਸ਼ੇਸ਼ ਮਿਲੇ। ਐਂਡ ਉਸ ਤੋਂ ਬਾਅਦ ਜੀ ਇਹ ਸੱਭਿਅਤਾ ਉੱਤਰ ਵਿੱਚ ਮੁੰਡਾ, ਦੱਖਣ ਦੇ ਵਿੱਚ ਦਾਇਸ਼ਾਬਾਦ, ਪੂਰਬ ਦੇ ਵਿੱਚ ਆਲਮਗੜ੍ਹ ਅਤੇ ਪੱਛਮ ਵਿੱਚ ਸੁਖਤਾ ਜੈਂਟਰ ਤੱਕ ਫੈਲੀ ਹੋਈ ਮਿਲੀ। ਇਹ ਕੀ ਨੇ ਜੀ? ਬਾਉਂਡਰੀਜ਼ ਨੇ ਹੜੱਪਾ ਸੱਭਿਅਤਾ ਦੀਆਂ, ਜਿਨ੍ਹਾਂ ਨੂੰ ਤੁਸੀਂ ਨੋਟ ਕਰ ਲੈਣਾ ਆਪਣੀ ਕਾਪੀ ਉੱਪਰ, ਕਿਉਂਕਿ ਇਹ ਐਗਜ਼ਾਮ ਦੇ ਵਿੱਚ ਪੁੱਛੀਆਂ ਜਾਂਦੀਆਂ ਨੇ ਜੀ। ਜੋ ਹੜੱਪਾ ਸੱਭਿਅਤਾ ਜੀ ਉੱਤਰ ਵਿੱਚ ਮੁੰਡਾ ਤੱਕ ਫੈਲੀ ਹੋਈ ਹੈ, ਐਂਡ ਦੱਖਣ ਦੇ ਵਿੱਚ ਦਾਇਸ਼ਾਬਾਦ ਤੱਕ, ਪੂਰਬ ਵਿੱਚ ਆਲਮਗੜ੍ਹ ਤੱਕ, ਐਂਡ ਪੱਛਮ ਦੇ ਵਿੱਚ ਸੁਖਤਾ ਜੈਂਟਰ ਤੱਕ ਫੈਲੀ ਹੋਈ ਹੈ। ਪੰਜਾਬ ਵਿੱਚ ਹੜੱਪਾ ਸੱਭਿਅਤਾ ਦੇ ਅਵਸ਼ੇਸ਼ ਰੋਪੜ ਵਿੱਚ ਕੋਟਲਾ ਨਿਹੰਗ ਖਾਨ, ਢੇਰ ਮਾਜਰਾ ਅਤੇ ਸੰਗਰੂਰ ਦੇ ਵਿੱਚ ਰੋਹੀੜਾ ਵਿਖੇ, ਫਤਿਹਗੜ੍ਹ ਵਿੱਚ ਸੰਘੋਲ ਵਿਖੇ ਮਿਲਦੇ ਹਨ। ਇਸ ਤੋਂ ਇਲਾਵਾ ਪੰਜਾਬ ਵਿੱਚ ਕਾਫੀ ਹੋਰ ਜਗ੍ਹਾ ਉੱਪਰ ਵੀ ਹੜੱਪਾ ਸੱਭਿਅਤਾ ਦੀਆਂ ਨਿਸ਼ਾਨੀਆਂ ਮਿਲਦੀਆਂ ਹਨ, ਜਿਹੜੀਆਂ ਕਿ ਸਾਡੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਬਿਲਕੁਲ ਵੀ ਇੰਪੋਰਟੈਂਟ ਨਹੀਂ ਹੈਗੀਆਂ। ਸੋ ਇਸ ਤੋਂ ਬਾਅਦ ਆਇਆ ਜੀ ਵੈਦਿਕ ਕਾਲ, ਜਿਸ ਦਾ ਸਮਾਂ 1500 ਤੋਂ 600 BC ਤੱਕ ਮੰਨਿਆ ਜਾਂਦਾ ਹੈ। ਵੈਦਿਕ ਕਾਲ ਤੋਂ ਸ਼ੁਰੂ ਹੁੰਦਾ ਹੈ ਜੀ ਸਾਡਾ ਪ੍ਰਾਚੀਨ ਪੰਜਾਬ ਦਾ ਇਤਿਹਾਸ। ਇਸ ਤੋਂ ਪਹਿਲਾਂ ਅਸੀਂ ਸਿਰਫ ਪੂਰਬ ਇਤਿਹਾਸ ਜਾਂ ਫਿਰ ਆਦਿ ਇਤਿਹਾਸ ਹੀ ਸਟੱਡੀ ਕੀਤਾ, ਕਿਉਂਕਿ ਉਸ ਇਤਿਹਾਸ ਦੀਆਂ ਜਾਂ ਤਾਂ ਸਾਡੇ ਕੋਲ ਹੱਥ ਲਿਖਤਾਂ ਨਹੀਂ ਹਨ, ਜਾਂ ਫਿਰ ਸਾਨੂੰ ਸਮਝ ਨਹੀਂ ਆਈਆਂ। ਜਿਵੇਂ ਕਿ ਜੋ ਪੱਥਰ ਯੁੱਗ ਹੈ ਜੀ, ਉਸ ਦੀ ਸਾਡੇ ਕੋਲ ਕੋਈ ਵੀ ਹੱਥ ਲਿਖਤ ਨਹੀਂ ਹੈਗੀ, ਮੀਨਜ਼ ਉਸ ਸਮੇਂ ਦਾ ਕੋਈ ਵੀ ਸਾਹਿਤ ਆਪਣੇ ਕੋਲ ਨਹੀਂ ਹੈਗਾ। ਬਟ ਜੋ ਆਦਿ ਇਤਿਹਾਸ ਹੈ, ਜਿਸ ਵਿੱਚ ਅਸੀਂ ਹੜੱਪਾ ਸੱਭਿਅਤਾ ਨੂੰ ਦੇਖਦੇ ਹਾਂ, ਉਸ ਦਾ ਸਾਡੇ ਕੋਲ ਸਾਹਿਤ ਹੈ, ਪਰ ਸਾਨੂੰ ਹਾਲੇ ਤੱਕ ਉਸ ਸਾਹਿਤ ਬਾਰੇ ਕੋਈ ਸਮਝ ਨਹੀਂ ਹੈ। ਹੜੱਪਾ ਸੱਭਿਅਤਾ ਦੇ ਖਤਮ ਹੋ ਜਾਣ ਦੀਆਂ ਵੱਖ-ਵੱਖ ਵਿਚਾਰਧਾਰਾਵਾਂ ਹਨ। ਕੁਝ ਇਤਿਹਾਸਕਾਰ ਕਹਿੰਦੇ ਹਨ ਜੀ ਕੋਈ ਕੁਦਰਤੀ ਆਫਤ ਆਈ, ਮੀਨਜ਼ ਹੜ੍ਹ, ਸੁਨਾਮੀ, ਜਿਸ ਨੇ ਇਹ ਸੱਭਿਅਤਾ ਦਾ ਖਾਤਮਾ ਕਰ ਦਿੱਤਾ। ਬਟ ਕੁਝ ਇਤਿਹਾਸਕਾਰ ਕਹਿੰਦੇ ਹਨ ਜੀ ਇੱਥੇ ਆਰੀਆ ਲੋਕ ਆਏ, ਜਿਨ੍ਹਾਂ ਨੇ ਹੜੱਪਾ ਸੱਭਿਅਤਾ ਨੂੰ ਖਤਮ ਕਰ ਦਿੱਤਾ। ਉੱਥੋਂ ਦੇ ਜੋ ਲੋਕ ਪਹਿਲਾਂ ਰਹਿੰਦੇ ਸੀ, ਮੀਨਜ਼ ਨੌਨ ਆਰੀਅਰ, ਉਹਨਾਂ ਨੂੰ ਦੱਖਣ ਵਿੱਚ ਭਜਾ ਦਿੱਤਾ। ਆਰੀਆ ਲੋਕ ਪੰਜਾਬ ਵਾਲੇ ਖੇਤਰ ਵਿੱਚ ਲਗਭਗ 1500 BC ਵਿੱਚ ਆਏ, ਅਤੇ ਇੱਥੇ ਆ ਕੇ ਉਹਨਾਂ ਨੇ ਬਹੁਤ ਸਾਰਾ ਸਾਹਿਤ ਰਚਿਆ, ਜਿਸ ਨੂੰ ਵੈਦਿਕ ਸਾਹਿਤ ਕਿਹਾ ਜਾਂਦਾ ਹੈ। ਵੈਦਿਕ ਕਾਲ ਨੂੰ ਅਸੀਂ ਦੋ ਹਿੱਸਿਆਂ ਵਿੱਚ ਵੰਡਦੇ ਹਾਂ, ਰਿਗਵੈਦਿਕ ਕਾਲ ਅਤੇ ਉੱਤਰ ਵੈਦਿਕ ਕਾਲ। ਰਿਗਵੈਦਿਕ ਕਾਲ ਕਿਹੜਾ ਸਮਾਂ ਹੈ ਜੀ? 1500 BC ਤੋਂ 1000 BC ਤੱਕ ਦਾ ਸਮਾਂ। ਇਹ ਉਹ ਸਮਾਂ ਜਦੋਂ ਆਰੀਆ ਨੇ ਰਿਗਵੇਦ ਦੀ ਰਚਨਾ ਕੀਤੀ, ਜਿਹੜਾ ਇੱਕ ਬਹੁਤ ਹੀ ਮਹਾਨ ਵੇਦ ਹੈ, ਉਸ ਦੀ ਰਚਨਾ ਕੀਤੀ ਜੀ ਆਰੀਆ ਨੇ। ਇਸ ਜਗ੍ਹਾ ਉੱਪਰ ਆ ਕੇ, ਪੰਜਾਬ ਦੇ ਵਿੱਚ ਆ ਕੇ, ਉਸ ਸਮੇਂ ਔਰਤਾਂ ਦੀ ਦਸ਼ਾ ਸਹੀ ਸੀ, ਮੀਨਜ਼ ਜੋ ਸਿਸਟਮ ਸੀ ਉਸ ਟਾਈਮ ਦਾ, ਉਹ ਹੈਗਾ ਤਾਂ ਮਰਦ ਪ੍ਰਧਾਨ ਸੀ, ਬਟ ਔਰਤਾਂ ਦੀ ਵੀ ਕਾਫੀ ਇੱਜ਼ਤ ਕੀਤੀ ਜਾਂਦੀ ਸੀ। ਸਮਾਜ 4 ਵਰਨਾਂ ਦੇ ਵਿੱਚ ਵੰਡਿਆ ਹੋਇਆ ਸੀ, ਬਟ ਕਿਸੇ ਉੱਪਰ ਵੀ ਕੋਈ ਰੈਸਟ੍ਰਿਕਸ਼ਨ ਨਹੀਂ ਸੀ। ਕੋਈ ਵੀ ਆਪਣੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ ਵਰਨ ਚੇਂਜ ਕਰ ਸਕਦਾ ਸੀ। ਕਿਸੇ ਨਾਲ ਵੀ ਵਰਨ ਦੇ ਆਧਾਰ 'ਤੇ ਕੋਈ ਵੀ ਭੇਦਭਾਵ ਨਹੀਂ ਕੀਤਾ ਜਾਂਦਾ ਸੀ। ਉਸ ਸਮੇਂ ਦਾ ਪ੍ਰਮੁੱਖ ਦੇਵਤਾ ਇੰਦਰ ਨੂੰ ਮੰਨਿਆ ਜਾਂਦਾ ਸੀ ਜੀ, ਅਤੇ ਉਸ ਸਮੇਂ ਦੇ ਵਿੱਚ ਮੂਰਤੀ ਪੂਜਾ ਨਹੀਂ ਕੀਤੀ ਜਾਂਦੀ ਸੀ। ਸੋ ਇਹ ਸੀ ਜੀ ਰਿਗਵੈਦਿਕ ਕਾਲ, ਜਿਹੜਾ ਕਿ ਬਹੁਤ ਹੀ ਵਧੀਆ ਕਾਲ ਮੰਨਿਆ ਜਾਂਦਾ ਹੈ। ਉਸ ਤੋਂ ਬਾਅਦ ਆਇਆ ਜੀ ਉੱਤਰ ਵੈਦਿਕ ਕਾਲ।
ਜਿਸ ਦਾ ਸਮਾਂ 1000 ਤੋਂ 600 BC ਤੱਕ ਮੰਨਿਆ ਜਾਂਦਾ ਹੈ। ਇਸ ਸਮੇਂ ਵਿੱਚ ਸਾਮਵੇਦ, ਯਜੁਰਵੇਦ ਅਤੇ ਅਥਰਵੇਦ ਦੀ ਰਚਨਾ ਹੋਈ। ਔਰਤਾਂ ਦੀ ਦਸ਼ਾ ਨੀਵੀਂ ਹੋ ਗਈ। ਇਸ ਸਮੇਂ ਦੇ ਵਿੱਚ ਜੀ ਔਰਤਾਂ ਦੀ ਦਸ਼ਾ ਨੀਵੀਂ ਹੋ ਗਈ ਕਿਉਂਕਿ ਜੋ ਸਤੀ ਪ੍ਰਥਾ ਸੀ, ਇਸ ਤਰ੍ਹਾਂ ਦੇ ਜੋ ਪਖੰਡ ਸੀ ਹੋਣੇ ਸਟਾਰਟ ਹੋ ਗਏ। ਵਰਨ ਦੇ ਆਧਾਰ 'ਤੇ ਭੇਦਭਾਵ ਹੋਣੇ ਸ਼ੁਰੂ ਹੋ ਗਏ। ਸੂਤ ਸਾਤ ਦੀ ਤਰ੍ਹਾਂ ਦੀਆਂ ਬਿਮਾਰੀਆਂ ਫੈਲ ਗਈਆਂ। ਸੋ ਇਸ ਸਮੇਂ ਦੇ ਵਿੱਚ ਮੂਰਤੀ ਪੂਜਾ ਹੋਣੀ ਸ਼ੁਰੂ ਹੋ ਗਈ। ਪੁਜਾਰੀਆਂ ਨੇ ਫਾਲਤੂ ਦੇ ਰੀਤੀ ਰਿਵਾਜ ਸ਼ੁਰੂ ਕਰ ਦਿੱਤੇ। ਮੀਨਜ਼ ਤਰ੍ਹਾਂ ਤਰ੍ਹਾਂ ਦੇ ਜੱਗ ਉਹਨਾਂ ਨੇ ਕਰਵਾਉਣੇ ਸ਼ੁਰੂ ਕਰ ਦਿੱਤੇ। ਤਾਂ ਇਸ ਤਰ੍ਹਾਂ ਜੋ ਉੱਤਰ ਵੈਦਿਕ ਕਾਲ ਦੇ ਲੋਕ ਸੀ ਜੀ ਅਤੇ ਉਸ ਸਮੇਂ ਦੇ ਰਾਜੇ ਸੀ, ਉਹ ਪੁਜਾਰੀਆਂ ਤੋਂ ਤੰਗ ਆ ਗਏ। ਇਸ ਲਈ ਉਹਨਾਂ ਨੇ ਬੁੱਧ ਅਤੇ ਜੈਨ ਧਰਮ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਅਸੀਂ ਸਟੱਡੀ ਕਰਾਂਗੇ ਜੀ ਇਰਾਨੀ ਅਤੇ ਯੂਨਾਨੀ ਹਮਲੇ। ਸਾਇਰਸ ਪਹਿਲਾ ਜੋ ਕਿ ਇੱਕ ਇਰਾਨੀ ਰਾਜਾ ਸੀ, ਸਭ ਤੋਂ ਪਹਿਲਾਂ ਭਾਰਤ ਆਇਆ ਅਤੇ ਉਸ ਦਾ ਜੋ ਪੋਤਾ ਸੀ ਜੀ ਡੇਰੀਅਸ ਪਹਿਲਾ, ਡੇਰੀਅਸ 1, ਜਿਸ ਨੇ ਪੰਜਾਬ ਵਿੱਚ 518 BC ਦੇ ਵਿੱਚ ਹਮਲਾ ਕੀਤਾ ਅਤੇ ਆਪਣਾ ਕਬਜ਼ਾ ਕਰ ਲਿਆ। ਇਸ ਤੋਂ ਬਾਅਦ 321 BC ਦੇ ਵਿੱਚ ਯੂਨਾਨੀ ਰਾਜੇ ਸਿਕੰਦਰ ਨੇ ਪੰਜਾਬ ਉੱਤੇ ਹਮਲਾ ਕੀਤਾ। ਇੱਥੋਂ ਦੇ ਬਹੁਤ ਸਾਰੇ ਰਾਜਿਆਂ ਨੇ ਸਿਕੰਦਰ ਦੀ ਪਹਿਲਾਂ ਹੀ ਹਾਰ ਮੰਨ ਲਈ ਸੀ, ਉਸ ਦੇ ਅੱਗੇ ਘੁਟਨੇ ਟੇਕ ਦਿੱਤੇ ਸੀਗੇ। ਪਰ ਜੋ ਇੱਥੋਂ ਦਾ ਇੱਕ ਮਹਾਨ ਰਾਜਾ ਮੰਨਿਆ ਜਾਂਦਾ ਹੈ ਪੋਰਸ, ਉਸਨੇ ਸਿਕੰਦਰ ਦੀ ਈਨ ਨਾ ਮੰਨੀ, ਉਸ ਦਾ ਕਾਫੀ ਟਾਕਰਾ ਕੀਤਾ। ਪਰ ਅੰਤ ਵਿੱਚ ਜੋ ਪੋਰਸ ਸੀ ਉਹ ਸਿਕੰਦਰ ਕੋਲੋਂ ਹਾਰ ਗਿਆ। ਪਰੰਤੂ ਸਿਕੰਦਰ ਨੇ ਜਦੋਂ ਪੋਰਸ ਦੀ ਬਹਾਦਰੀ ਦੇਖੀ ਤਾਂ ਉਸਨੇ ਪੋਰਸ ਨੂੰ ਸਾਰੇ ਦਾ ਸਾਰਾ ਸਾਮਰਾਜ ਵਾਪਿਸ ਕਰ ਦਿੱਤਾ। ਇੱਥੋਂ ਸਿਕੰਦਰ ਵਾਪਿਸ ਚਲਾ ਗਿਆ ਕਿਉਂਕਿ ਇਸ ਤੋਂ ਬਾਅਦ ਸਿਕੰਦਰ ਚਾਹੁੰਦਾ ਸੀ ਕਿ ਜੋ ਮਗਧ ਰਾਜ ਸੀਗਾ, ਜਿਸ ਉੱਪਰ ਧਨਾਨੰਦ ਦਾ ਰਾਜ ਸੀ ਉਸ ਸਮੇਂ ਦੇ ਵਿੱਚ, ਉਸ 'ਤੇ ਹਮਲਾ ਕੀਤਾ ਜਾਵੇ। ਪਰੰਤੂ ਜੋ ਇਸਦੇ ਸੈਨਿਕ ਸੀਗੇ ਸਿਕੰਦਰ ਦੇ, ਉਹਨਾਂ ਨੇ ਨਾ ਕਰ ਦਿੱਤੀ ਕਿ ਸਾਥੋਂ ਹੁਣ ਨਹੀਂ ਲੜਿਆ ਜਾਂਦਾ, ਅਸੀਂ ਵਾਪਸ ਜਾਣਾ। ਤਾਂ ਇੱਥੋਂ ਕੀ ਸੀ, ਸਿਕੰਦਰ ਵਾਪਿਸ ਯੂਨਾਨ ਵੱਲ ਚਲਿਆ ਗਿਆ। ਪਰ ਰਾਸਤੇ ਦੇ ਵਿੱਚ ਉਸਦੀ ਬੇਬੀਲੋਨ ਵਿਖੇ ਮੌਤ ਹੋ ਗਈ। ਸੋ ਉਸ ਤੋਂ ਬਾਅਦ ਆਇਆ ਜੀ ਮੌਰੀਆ ਸਾਮਰਾਜ। ਚੌਥੀ ਸਦੀ ਦੇ ਅੰਤ ਵਿੱਚ ਚੰਦਰਗੁਪਤ ਨੇ ਆਪਣੇ ਗੁਰੂ ਕੌਟਲਿਆ ਦੀ ਅਗਵਾਈ ਹੇਠ ਮਗਧ ਸਾਮਰਾਜ ਦੇ ਰਾਜੇ ਧਨਾਨੰਦ ਉੱਪਰ ਹਮਲਾ ਕਰਕੇ ਜਿੱਤ ਪ੍ਰਾਪਤ ਕਰ ਲਈ। ਜਿਵੇਂ ਕਿ ਅਸੀਂ ਤੁਹਾਨੂੰ ਪਿੱਛੇ ਦੱਸਿਆ ਹੈ, ਜੋ ਮਗਧ ਸਾਮਰਾਜ ਸੀ ਜੀ ਬਹੁਤ ਅਮੀਰ ਸਾਮਰਾਜ ਸੀ। ਉਸ ਸਮੇਂ ਦਾ ਸਭ ਤੋਂ ਵੱਡਾ ਸਾਮਰਾਜ ਸੀਗਾ ਭਾਰਤ ਦੇ ਵਿੱਚ। ਉਸ ਉੱਪਰ ਚੰਦਰਗੁਪਤ ਮੌਰੀਆ ਨੇ ਗੁਰੂ ਕੌਟਲਿਆ ਦੀ ਮਦਦ ਨਾਲ ਜਿੱਤ ਪ੍ਰਾਪਤ ਕਰ ਲਈ ਅਤੇ ਪਾਟਲੀਪੁੱਤਰ ਉੱਪਰ ਆਪਣਾ ਕਬਜ਼ਾ ਕਰ ਲਿਆ, ਜੋ ਕਿ ਮਗਧ ਦੀ ਰਾਜਧਾਨੀ ਸੀ। ਹੌਲੀ ਹੌਲੀ ਚੰਦਰਗੁਪਤ ਮੌਰੀਆ ਨੇ ਆਪਣਾ ਰਾਜ ਅਫਗਾਨਿਸਤਾਨ, ਪਾਕਿਸਤਾਨ ਵਿੱਚ ਤਕਸ਼ਲਾ ਤੱਕ ਫੈਲਾ ਦਿੱਤਾ। ਚੰਦਰਗੁਪਤ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਬਿੰਦੂਸਾਰ ਸਿੰਘਾਸਨ 'ਤੇ ਬੈਠਾ। ਬਿੰਦੂਸਾਰ ਤੋਂ ਬਾਅਦ ਉਸ ਦਾ ਪੁੱਤਰ ਆਇਆ ਜੀ ਅਸ਼ੋਕ, ਜਿਸ ਨੂੰ ਕਿ ਇੰਡੀਆ ਦੀ ਹਿਸਟਰੀ ਦਾ ਸਭ ਤੋਂ ਇੰਪੋਰਟੈਂਟ ਰਾਜਾ ਮੰਨਿਆ ਜਾਂਦਾ ਹੈ, ਅਸ਼ੋਕਾ ਦਾ ਗ੍ਰੇਟ, ਜਿਸ ਨੇ 261 BC ਦੇ ਵਿੱਚ ਦੱਖਣ ਦੇ ਵਿੱਚ ਇੱਕ ਲੜਾਈ ਲੜੀ ਕਲਿੰਗ ਨਾਮੀ ਜਗ੍ਹਾ 'ਤੇ, ਜਿਸ ਵਿੱਚ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ। ਇਸ ਇੰਸੀਡੈਂਟ ਤੋਂ ਦੁਖੀ ਹੋ ਕੇ ਅਸ਼ੋਕਾ ਨੇ ਬੁੱਧ ਧਰਮ ਨੂੰ ਅਪਣਾ ਲਿਆ ਅਤੇ ਬੁੱਧ ਧਰਮ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਮੀਨਜ਼ ਉਸਨੇ ਲੜਾਈਆਂ ਲੜਨੀਆਂ ਬੰਦ ਕਰ ਦਿੱਤੀਆਂ। ਬੁੱਧ ਧਰਮ ਦੀ ਤੀਸਰੀ ਬੈਠਕ, ਬੁੱਧ ਧਰਮ ਦੀਆਂ ਟੋਟਲ 4 ਬੈਠਕਾਂ ਹੋਈਆਂ ਨੇ ਜੀ, ਜਿਸ ਨੂੰ ਅਸੀਂ ਇੰਗਲਿਸ਼ ਦੇ ਵਿੱਚ ਕਾਉਂਸਿਲਸ ਕਹਿੰਦੇ ਹਾਂ। ਜੋ ਤੀਸਰੀ ਬੈਠਕ ਸੀ ਜੀ ਬੁੱਧ ਧਰਮ ਦੀ, ਉਹ ਅਸ਼ੋਕਾ ਦੇ ਰਾਜਕਾਲ ਦੇ ਵਿੱਚ ਹੋਈ 250 BC ਦੇ ਵਿੱਚ, ਜਿਸ ਦਾ ਮੁਖੀਆ ਸੀ ਜੀ ਮੋਗਲੀਪੁੱਟਾ। ਐਂਡ 232 BC ਦੇ ਵਿੱਚ ਜੀ ਅਸ਼ੋਕ ਦੀ ਮੌਤ ਹੋ ਗਈ। ਅਸ਼ੋਕ ਦੀ ਮੌਤ ਤੋਂ ਬਾਅਦ ਉਸ ਦੇ ਜੋ ਸਕਸੈਸਰ ਸੀਗੇ, ਮੀਨਸ ਮੌਰੀਆ ਦੇ ਜੋ ਅਗਲੇ ਰਾਜੇ ਸੀ, ਉਹ ਇੰਨੇ ਤਾਕਤਵਰ ਨਹੀਂ ਹੈਗੇ ਸੀਗੇ, ਯੋਗ ਨਹੀਂ ਹੈਗੇ ਸੀ। ਤਾਂ ਇਸ ਲਈ ਉਹ ਕੀ ਸੀ ਜੀ, ਉਹ ਅਸ਼ੋਕਾ ਸਾਮਰਾਜ ਨੂੰ ਨਹੀਂ ਸੰਭਾਲ ਪਾਏ। ਅਸ਼ੋਕਾ ਜੋ ਸਾਮਰਾਜ ਸੀ ਉਹ ਟੁੱਟਦਾ ਗਿਆ, ਆਪਸ ਦੇ ਵਿੱਚ ਪਾੜ ਪੈਂਦਾ ਗਿਆ ਰਾਜਿਆਂ ਦਾ। ਤਾਂ ਜੋ ਅਸ਼ੋਕਾ ਸਾਮਰਾਜ ਦਾ ਮੀਨਸ ਮੌਰੀਆ ਦਾ ਆਖਰੀ ਰਾਜਾ ਸੀ, ਜਿਸ ਦਾ ਨਾਮ ਸੀ ਬ੍ਰਿਹਦਰਥ, ਉਹਨਾਂ ਦਾ ਸੈਨਾਪਤੀ ਸੀ ਜੀ ਪੁਸ਼ਯਾਮਿਤਰ ਸ਼ੁੰਗਾ, ਜਿਨ੍ਹਾਂ ਨੇ ਬ੍ਰਿਹਦਰਥ ਦਾ ਕਤਲ ਕਰ ਦਿੱਤਾ ਅਤੇ ਖੁਦ ਆਪ ਗੱਦੀ ਦੇ ਉੱਪਰ ਬੈਠ ਗਿਆ। ਬਟ ਕੁਝ ਸਮੇਂ ਬਾਅਦ ਕੀ ਹੋਇਆ ਜੀ, ਜੋ ਪੁਸ਼ਯਾਮਿਤਰ ਸ਼ੁੰਗਾ ਸੀ ਜੀ, ਉਹਨਾਂ ਨੂੰ ਯੂਨਾਨੀ ਰਾਜੇ ਮਿਲਿੰਦਾ ਨੇ ਹਰਾ ਦਿੱਤਾ
ਅਤੇ ਇੱਥੇ ਕਬਜ਼ਾ ਕਰ ਲਿਆ। ਸੁੰਗ ਵੰਸ਼ ਦਾ ਜੋ ਆਖਰੀ ਰਾਜਾ ਸੀ ਜੀ ਉਸ ਦੇਵਹੂਤੀ, ਉਸ ਨੂੰ ਕਣਵਾ ਵੰਸ਼ ਦੇ ਰਾਜੇ ਵਾਸੂਦੇਵਾ ਨੇ ਮਾਰ ਦਿੱਤਾ। ਸੋ ਇਸ ਤਰ੍ਹਾਂ ਸੁੰਗ ਵੰਸ਼ ਦਾ ਖਾਤਮਾ ਹੋ ਗਿਆ। ਉਸ ਤੋਂ ਬਾਅਦ ਜੀ ਸਾਕਾ ਵੰਸ਼ ਆ ਗਿਆ। ਸਾਕਾ ਨੂੰ ਜੀ ਪਾਰਥੀਆਂ ਨੇ ਹਰਾ ਦਿੱਤਾ ਅਤੇ ਪਾਰਥੀਆਂ ਨੂੰ ਆ ਕੇ ਕੁਸ਼ਾਨਾਂ ਨੇ ਹਰਾ ਦਿੱਤਾ। ਸੋ ਕੁਸ਼ਾਨਾਂ ਤੋਂ ਬਾਅਦ ਜੀ ਇੱਥੇ ਸਟਾਰਟ ਹੋਇਆ ਗੁਪਤਾ ਸਾਮਰਾਜ। ਸ਼੍ਰੀ ਗੁਪਤਾ ਇਸ ਵੰਸ਼ ਦਾ ਬਾਨੀ ਸੀ, ਮੀਨਜ਼ ਸਭ ਤੋਂ ਪਹਿਲੇ ਸੀ ਜੋ ਇਸ ਵੰਸ਼ ਦੇ ਵਿੱਚ ਉਹ ਸੀਗੇ ਜੀ ਸ਼੍ਰੀ ਗੁਪਤਾ। ਪਰ ਇਸ ਵੰਸ਼ ਦਾ ਜੋ ਪਹਿਲਾ ਪ੍ਰਮੁੱਖ ਰਾਜਾ ਸੀ ਜੀ ਉਹ ਸੀ ਜੀ ਚੰਦਰਗੁਪਤ ਪਹਿਲੇ, ਮੇਨ ਚੰਦਰਗੁਪਤ ਵਨ, ਜਿਨ੍ਹਾਂ ਨੇ 320 ਏਡੀ ਦੇ ਵਿੱਚ ਇਹ ਕਮਾਨ ਸੰਭਾਲੀ। ਮੀਨਜ਼ 320 ਏਡੀ ਦੇ ਵਿੱਚ ਜੋ ਚੰਦਰਗੁਪਤ ਵਨ ਸੀ ਜੀ ਉਹ ਗੱਦੀ ਉੱਪਰ ਬੈਠੇ। ਉਸ ਤੋਂ ਬਾਅਦ ਉਹਨਾਂ ਦੇ ਪੁੱਤਰ ਸਮੁੰਦਰਗੁਪਤ ਆਏ ਜਿਹੜੇ ਕਿ 330 ਦੇ ਵਿੱਚ ਗੱਦੀ ਉੱਪਰ ਬੈਠੇ। ਹੁਣ ਤੁਸੀਂ ਧਿਆਨ ਦਿਓ ਜੀ, ਹੁਣ ਏਡੀ ਸਟਾਰਟ ਹੋ ਚੁੱਕਿਆ, ਜੋ BC ਸੀ ਉਹ ਖਤਮ ਹੋ ਚੁੱਕਿਆ ਹੈ। ਉਸ ਤੋਂ ਬਾਅਦ ਉਹਨਾਂ ਦੇ ਪੁੱਤਰ ਚੰਦਰਗੁਪਤ ਦੂਜੇ ਆਏ ਜਿਨ੍ਹਾਂ ਨੇ 380 ਏਡੀ ਦੇ ਵਿੱਚ ਗੱਦੀ ਸੰਭਾਲੀ। ਇਸ ਸਮੇਂ ਚੀਨ ਤੋਂ ਇੱਕ ਵਿਦਵਾਨ ਫਾਈਨ ਭਾਰਤ ਆਏ ਜਿਨ੍ਹਾਂ ਨੇ ਕਾਫੀ ਲਿਖਤਾਂ ਲਿਖੀਆਂ ਚੰਦਰਗੁਪਤ ਦੂਜੇ ਦੇ ਬਾਰੇ, ਜਿਨ੍ਹਾਂ ਤੋਂ ਸਾਨੂੰ ਇਸ ਹਿਸਟਰੀ ਦਾ ਪਤਾ ਚੱਲਦਾ ਹੈ। ਐਂਸ਼ੀਅੰਟ ਹਿਸਟਰੀ ਦਾ ਲਾਸਟ ਰਾਜਾ ਸੀ ਜੀ ਹਰਸ਼ਵਰਧਨ। ਵਰਧਨ ਵੰਸ਼ ਦੀ ਸਥਾਪਨਾ ਪੂਸਿਆ ਭੂਤੀ ਨੇ ਥਾਨੇਸਰ ਵਿਖੇ ਕੀਤੀ ਜੀ, ਜਿਹੜਾ ਕਿ ਅੱਜ ਦੇ ਸਮੇਂ ਦੇ ਵਿੱਚ ਹਰਿਆਣਾ ਵਿੱਚ ਹੈ। ਇਸ ਵੰਸ਼ ਦਾ ਸਭ ਤੋਂ ਮਹਾਨ ਰਾਜਾ ਸੀ ਜੀ ਹਰਸ਼ਵਰਧਨ, ਜਿਸ ਨੇ 606 ਦੇ ਵਿੱਚ ਰਾਜ ਸੰਭਾਲਿਆ। ਉਸ ਦੇ ਸਮੇਂ ਵਿੱਚ ਹੀ ਚੀਨੀ ਯਾਤਰੀ ਹਿਊਨ ਸਾਂਗ ਭਾਰਤ ਆਇਆ, ਜਿਸ ਦੀਆਂ ਪੁਰਾਤਨ ਲਿਖਤਾਂ ਸਾਨੂੰ ਸਰਹਿੰਦ ਤੋਂ ਮਿਲਦੀਆਂ ਹਨ। ਸੋ ਇਹ ਸੀ ਜੀ ਪ੍ਰਾਚੀਨ ਪੰਜਾਬ ਦੀ ਹਿਸਟਰੀ। ਜੇ ਤੁਹਾਨੂੰ ਇਸ ਹਿਸਟਰੀ ਦੇ ਵਿੱਚ ਮੀਨਜ਼ ਪੂਰੇ ਲੈਕਚਰ ਦੇ ਵਿੱਚ ਕੋਈ ਡਾਊਟ ਹੋਵੇ ਤਾਂ ਤੁਸੀਂ ਬੇਝਿਜਕ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ। ਸਾਡੇ ਆਉਣ ਵਾਲੇ ਲੈਕਚਰਸ ਦੇ ਨੋਟੀਫਿਕੇਸ਼ਨ ਲੈਣ ਦੇ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰ ਲਓ ਅਤੇ ਇਸ ਚੈਨਲ ਦੇ ਆਫੀਸ਼ੀਅਲ ਫੇਸਬੁੱਕ ਪੇਜ ਸਟੱਡੀ ਫੋਰ ਯੂ ਨੂੰ ਲਾਈਕ ਕਰ ਲਓ। ਐਂਡ ਇਸ ਲੈਕਚਰ ਦੀ PDF ਨੂੰ ਸਾਡੇ ਟੈਲੀਗ੍ਰਾਮ ਚੈਨਲ ਸਟੱਡੀ ਫੋਰ ਯੂ ਉੱਪਰ ਲੈਣ ਦੇ ਲਈ ਸਾਡਾ ਟੈਲੀਗ੍ਰਾਮ ਚੈਨਲ ਸਟੱਡੀ ਫੋਰ ਯੂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਲਿੰਕ ਤੋਂ ਜੁਆਇਨ ਕਰ ਲਓ। ਸੋ ਥੈਂਕਸ ਫॉर ਵਾਚਿੰਗ ਦਿਸ ਵੀਡੀਓ। ਗॉड ब्लेस यू ऑल।